ਪੰਥਕ ਸਿਆਸਤ ਇਸ ਵੇਲੇ ਵਿਚਾਰਨਯੋਗ ਸਥਿਤੀ ਦੇ ਉੱਤੇ ਹੈ। ਖਾਸ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਚੁਏਸ਼ਨ ਇਸ ਵੇਲੇ ਵਿਚਾਰੀ ਜਾਣੀ ਚਾਹੀਦੀ ਹੈ, ਕਿਉਂਕਿ ਆਉਣ ਵਾਲੇ ਕੱਲ ਨੂੰ ਪ੍ਰਧਾਨ ਦੀ ਚੋਣ ਵੀ ਹੋਣੀ ਹੈ। ਦੁਬਾਰਾ ਤੋਂ ਕੀ ਇੱਕੋ ਹੀ ਵਿਅਕਤੀ ਪ੍ਰਧਾਨ ਬਣਦਾ ਜਾਂ ਕੋਈ ਨਵਾਂ ਚਿਹਰਾ ਆਉਂਦਾ ਹੈ, ਇਹਦੇ ਬਾਰੇ ਵੀ ਚਰਚਾ ਉਸੇ ਤਰ੍ਹਾਂ ਲਾਜ਼ਮੀ ਹੈ ਔਰ ਚੱਲਦੀ ਵੀ ਪਈ ਹੈ। ਪਰ ਅਕਾਲੀ ਦਲ ਦੇ ਵਿੱਚ ਇਸ ਵੇਲੇ ਜੋ ਸਿਚੁਏਸ਼ਨ ਬਣੀ ਹੋਈ ਹੈ, ਇੱਕ ਪਾਸੇ ਭਰਤੀ ਹੋ ਚੁੱਕੀ ਹੈ, ਇੱਕ ਪਾਸੇ ਭਰਤੀ ਚੱਲਦੀ ਪਈ ਹੈ। ਇਹ ਅਲੱਗਾ ਪੱਧਰ ਦਾ ਇੱਕ ਵਿਵਾਦ ਛੜਿਆ ਹੋਇਆ। ਮੇਰੇ ਨਾਲ ਇਸ ਵੇਲੇ ਬੀਬੀ ਜਗੀਰ ਕੌਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮੌਜੂਦ ਨੇ। ਬੀਬੀ ਜੀ, ਸਮਾਂ ਦਿੱਤਾ, ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੀ, ਸਵਾਲ ਇਹੀ ਹੈ, ਇੱਕ ਪਾਸੇ ਹੋ ਚੁੱਕੀ ਹੈ ਭਰਤੀ, ਇੱਕ ਪਾਸੇ ਚੱਲਦੀ ਪਈ ਹੈ ਭਰਤੀ। ਜਿਹੜੀ ਚੱਲਦੀ ਪਈ ਹੈ ਉਹ ਕਿਸ ਵਾਸਤੇ ਹੈ, ਤੇ ਜਿਹੜੀ ਹੋ ਚੁੱਕੀ ਹੈ ਉਹ ਕਿਸ ਦੀ ਹੈ ਜੀ? ਦੇਖੋ, ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਰਾਜਨੀਤਿਕ ਪਾਰਟੀ ਸਿਰਜੀ ਗਈ ਸੀ 1920 ਚ 14 ਦਸੰਬਰ ਨੂੰ। ਬੜੇ ਮਾਰ ਕੇ ਮਾਰੇ ਸ਼੍ਰੋਮਣੀ ਅਕਾਲੀ ਦਲ ਨੇ, ਬੜੀਆਂ ਕੁਰਬਾਨੀਆਂ ਕੀਤੀਆਂ, ਬੜੀਆਂ ਪ੍ਰਾਪਤੀਆਂ ਕੀਤੀਆਂ, ਸਰਕਾਰਾਂ ਵੀ ਬਣੀਆਂ ਔਰ ਵੱਡੇ ਵੱਡੇ ਡਿਵੈਲਪਮੈਂਟ ਦੇ ਕਾਰਜ ਵੀ ਕੀਤੇ, ਅਤੇ ਬਹੁਤ ਸਾਰੇ ਮੁੱਦੇ ਵੀ ਜਿਹੜੇ ਸੀਗੇ ਉਹ ਪੰਜਾਬ ਸਰਕਾਰ ਵੱਲੋਂ, ਸੈਂਟਰ ਵੱਲੋਂ ਵੀ ਲਏ ਗਏ। ਸਮਾਂ ਨਿਕਲਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਇੱਦਾਂ ਦੇ ਬਣ ਗਏ ਕਿ ਅੱਜ ਜਿਹੜੇ ਹੈ ਹਰ ਵਿਅਕਤੀ ਜਿਹੜਾ ਉਹਦੇ ਉੱਤੇ ਕਿੰਤੂ ਵੀ ਕਰ ਰਿਹਾ, ਉਹਦੇ ਤੋਂ ਦੁੱਖ ਵੀ ਮਹਿਸੂਸ ਕਰ ਰਿਹਾ, ਉਹਦੀ ਪਰੇਸ਼ਾਨੀ ਵੀ ਹੈ, ਉਹਦੀ ਚਿੰਤਾ ਵੀ ਹੈ। ਬਹੁਤ ਸਾਰੀਆਂ ਅੱਜ ਇਸ ਵੇਲੇ ਫਿਕਰਮੰਦ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ। ਉਹਦਾ ਕਾਰਨ ਕੀ ਹੈ ਕਿ ਪਿਛਲੇ ਜਦੋਂ ਪੰਥਕ ਸਰਕਾਰ ਸੀ ਸਾਡੀ, ਉਹਦੇ ਦੌਰਾਨ ਕੁਝ ਐਸੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਘਟਨਾਵਾਂ ਕਰਕੇ ਸਾਡਾ ਵੱਡਾ ਨੁਕਸਾਨ ਹੋਇਆ। ਭਾਵੇਂ ਉਹ ਰਾਮ ਹੀਰੀਮ 'ਤੇ ਜਦੋਂ 2007 'ਚ ਪਰਚਾ ਦਰਜ ਕੀਤਾ ਗਿਆ, ਉਹਨੇ ਪੋਸ਼ਾਕ ਤਿਆਰ ਕਰਵਾ ਕੇ ਅਤੇ ਇੱਕ ਸਵਾਂਗ ਰਚਿਆ ਸੀ। ਉਹ ਸਵਾਂਗ ਦੇ ਕਰਕੇ ਲੋਕਾਂ 'ਚ ਬਹੁਤ ਵੱਡੀ ਜਿਹੜੀ ਸੀਗੀ ਪਰੇਸ਼ਾਨੀ ਬਣ ਗਈ। ਉਹਦੇ ਨਾਲ ਉੱਥੇ ਆਪਸ ਵਿੱਚ ਕਲੈਸ਼ ਹੋਏ, ਸੜਕਾਂ 'ਤੇ ਸਿੱਖ ਆ ਗਏ, ਉੱਥੇ ਪਰਚੇ ਦਰਜ ਹੋ ਗਏ, ਲੜਾਈਆਂ ਹੋਈਆਂ, ਝਗੜੇ ਹੋਏ। ਜੋ ਪਰਚਾ ਦਰਜ ਹੋ ਗਿਆ ਅਤੇ ਉਸ ਤੋਂ ਬਾਅਦ ਚਲਦੇ ਚਲਦੇ 2014 ਦੇ ਵਿੱਚ ਆਪਣੀ ਸਰਕਾਰ ਦੇ ਦੌਰਾਨ ਉਹ ਪਰਚਾ ਵਾਪਸ ਲੈ ਲਿਆ ਗਿਆ। ਲੋਕਾਂ ਨੂੰ ਬਹੁਤ ਵੱਡਾ ਇਸ ਗੱਲ ਦਾ ਰੋਹ ਸੀਗਾ, ਬਹੁਤ ਤਕਲੀਫ ਸੀ। ਫਿਰ ਚੋਣਾਂ ਆਉਣੀਆਂ ਸੀ 17 ਦੀਆਂ। ਉਸ ਵੇਲੇ ਫਿਰ ਇਹਨਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਰਾਮ ਰਹੀਮ ਨੇ ਜਿਹੜੀ ਗਲਤੀ ਕੀਤੀ ਸੀ, ਪਰਚਾ ਵੀ ਦਰਜ ਹੋਇਆ ਸੀ, ਵਾਪਸ ਵੀ ਲੈ ਲਿਆ। ਭਾਵੇਂ ਸੰਗਤਾਂ 'ਚ ਬਹੁਤ ਵੱਡਾ ਰੋਹ ਸੀ, ਪਰ ਉਸ ਵੇਲੇ ਸਾਡੇ ਪ੍ਰਧਾਨ ਸਾਹਿਬ ਨੇ ਉਹ ਸਿੰਘ ਸਾਹਿਬਾਂ ਨੂੰ ਕਹਿ ਕੇ ਅਤੇ ਉਹਨਾਂ ਨੂੰ ਉਹਨਾਂ ਨੂੰ ਮਾफ़ ਕਰਾ ਦਿੱਤਾ, ਜਿਹਦੇ ਨਾਲ ਲੋਕਾਂ ਦੇ ਹਿਰਦੇ ਜਿਹੜੇ ਸੀ ਉਹ ਬਲੁੰਦਰੇ ਗਏ ਵੀ ਇਹ ਕਾਰਜ ਨਹੀਂ ਸੀ ਹੋਣਾ ਚਾਹੀਦਾ। ਕੋਈ ਪੰਥਕ ਸਰਕਾਰ ਸੀ, ਪੰਥਕ ਸਰਕਾਰ ਤੋਂ ਲੋਕ ਨਹੀਂ ਆਸ ਕਰਦੇ। ਚਲੋ ਖੈਰ, ਉਹ ਮਸਲੇ ਇੰਨੇ ਵੱਧ ਗਏ ਕਿ ਅਸੀਂ ਜਿੰਨੀਆਂ ਚੋਣਾਂ ਆਈਆਂ, 17 ਦੀ ਚੋਣ ਆਈ, ਉਹਦੇ 'ਚ ਅਸੀਂ ਬੁਰੀ ਤਰ੍ਹਾਂ ਫੇਲ ਹੋਏ। ਫਿਰ 19 ਦੀ ਵਿਧਾਨ ਸਭਾ ਆਈ, ਲੋਕ ਸਭਾ ਆਈ, ਉਹ 'ਚ ਬੁਰੀ ਤਰ੍ਹਾਂ ਫੇਲ ਹੋਏ। ਫਿਰ 23 ਦੀ, 24 ਦੀ ਇੰਨਾ ਸਾਡਾ ਨੁਕਸਾਨ ਹੋਇਆ ਕਿ ਹਰ ਵਿਅਕਤੀ ਸੋਚਦਾ ਸੀ ਵੀ ਸ਼੍ਰੋਮਣੀ ਅਕਾਲੀ ਦਲ ਹੁਣ ਉੱਠ ਨਹੀਂ ਸਕਦਾ। ਉਹਦਾ ਕਾਰਨ ਸੀਗਾ ਕਿ ਜਿਹੜੀ ਸਿੱਖ ਸੋਚ ਸੀ ਉਹ ਦੂਰੀ ਬਣਾ ਗਈ, ਪੰਥਕ ਸੋਚ ਦੂਰੀ ਬਣਾ ਗਈ, ਕਿਸਾਨ ਸਾਡੇ ਤੋਂ ਦੂਰੀ ਬਣਾ ਗਏ। ਕਿਸਾਨਾਂ ਦੇ ਮਸਲੇ ਸੀ ਉਹ ਅਸੀਂ ਹੱਲ ਨਹੀਂ ਕਰ ਸਕੇ, ਕਿਸਾਨਾਂ ਦੇ ਨਾਲ ਅਸੀਂ ਖਲੋ ਨਹੀਂ ਸਕੇ। ਸੋ ਸਾਰੀਆਂ ਗੱਲਾਂ ਸਾਡਾ ਨੁਕਸਾਨ ਕਰ ਗਈਆਂ। ਅੰਤ 'ਚ ਕੀ ਹੋਇਆ ਕਿ ਇੱਕ ਝੁੰਦਾ ਕਮੇਟੀ ਬਣਾਈ ਸੀ। ਝੁੰਦਾ ਕਮੇਟੀ ਨੇ ਸਾਰੀ ਰਿਪੋਰਟ ਲਈ ਅਤੇ ਲੋਕਾਂ ਦੀ ਆਵਾਜ਼ ਸੀ ਵੀ ਜਿਹੜਾ ਪ੍ਰਧਾਨ ਹੈ ਉਹ ਅਸਤੀਫਾ ਦੇਵੇ। ਸਾਰਿਆਂ ਨੇ ਕਿਹਾ ਅਸਤੀਫਾ ਦੇ ਦਿਓ, ਨਹੀਂ ਮੰਨੇ। ਫਿਰ ਇਹ ਸੀਗਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਮਾफ़ੀ ਮੰਗ ਲਓ ਤਾਂ ਜੋ ਆਪਣੀ ਪਾਰਟੀ ਜਿਹੜੀ ਮੁੜ ਕੇ ਹੋਂਦ 'ਚ ਆ ਜਾਏ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਲੋਕਾਂ ਨੇ 22 ਦੇ ਵਿੱਚ ਸਿਰਫ ਅਤੇ ਸਿਰਫ ਸਾਡੀ ਮੁਖਾਲਫਤ ਕਰਕੇ ਕਹਿ ਲਓ, ਸਾਨੂੰ ਨਫ਼ਰਤ ਕਰਨ ਲੱਗ ਪਏ ਸੀ। ਤੀਜੀ ਪਾਰਟੀ ਹੋਂਦ ਵਿੱਚ ਆ ਗਈ, ਵਰਨਾ ਕੋਈ ਪਾਰਟੀ ਨੂੰ ਲੋਕ ਨਹੀਂ ਸੀ ਚਾਹੁੰਦੇ ਅਕਾਲੀ ਦਲ ਤੋਂ ਬਿਨਾਂ। ਸਰਕਾਰ ਜਿਹਨਾਂ ਗਰੰਟੀਆਂ ਨੂੰ ਲੈ ਕੇ ਬਣੀ ਸੀ ਉਹ ਪੂਰੀਆਂ ਨਹੀਂ ਕਰ ਸਕੀ ਅੱਜ ਦੀ ਸਰਕਾਰ। ਸਾਰੇ ਪਾਸੇ ਲਾਅ ਐਂਡ ਆਰਡਰ ਫੇਲ ਹੋਇਆ ਪਿਆ। ਸਾਰੇ ਪਾਸੇ ਹਰ ਕਿਸਾਨ ਕੀ, ਮੁਲਾਜ਼ਮ ਕੀ, ਵਪਾਰੀ ਕੀ ਤਰ੍ਹਾਂ ਕਰ ਰਹੇ ਹੈ। ਪਿੰਡਾਂ ਦੇ ਵਿੱਚ ਡਿਵੈਲਪਮੈਂਟ ਬੰਦ ਹੋਈ ਪਈ ਹੈ। ਰੋਜ਼ ਲੁੱਟਾਂ ਖੋਹਾਂ, ਡਾਕੇ ਔਰ ਕ੍ਰਾਈਮਸ ਇੰਨਾ ਵੱਧ ਗਿਆ ਕਿ ਕਿਸੇ ਪਾਸੇ ਕੋਈ ਪੇਸ਼ ਨਹੀਂ ਜਾ ਰਹੀ। ਹੁਣ ਗੱਲ ਇੱਥੇ ਤੱਕ ਮੁੱਕ ਗਈ ਕਿ ਅਖੀਰ ਦੇ ਉੱਤੇ ਸਾਡੀ ਜਿਹੜੀ ਟੀਮ ਸੀ, ਅਸੀਂ ਵੱਖਰੇ ਹੋਏ। ਵੱਖਰੇ ਇਹ ਕਹਿ ਕੇ ਹੋਏ ਕਿ ਜੇ ਤੁਸੀਂ ਨਹੀਂ ਜਾਣਾ, ਮਾफ़ੀ ਨਹੀਂ ਮੰਗਣੀ, ਤੁਸੀਂ ਕਹਿੰਦੇ ਮੈਂ ਤਨਖਾਹੀਆਂ ਨਹੀਂ ਕਹਾਉਣਾ, ਤੁਸੀਂ ਕਹਿੰਦੇ ਮੈਂ ਸਜ਼ਾ ਨਹੀਂ ਭੁਗਤਣੀ, ਤੁਸੀਂ ਕਹਿੰਦੇ ਮੈਂ ਜਾ ਕੇ ਮਾफ़ੀ ਨਹੀਂ ਮੰਗਣੀ। ਅਸੀਂ ਚਲੇ ਗਏ ਵੀ ਚਲੋ ਜੇ ਇਹ ਨਹੀਂ ਮੰਗਦੇ ਤਾਂ ਅਸੀਂ ਵੀ ਜਾ ਕੇ ਮਾफ़ੀ ਮੰਗ ਲਈ ਆ।
ਉੱਥੇ ਪਹੁੰਚੇ ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ। ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਅਸੀਂ ਸਾਰੇ ਜਿੰਨੀ ਲੀਡਰਸ਼ਿਪ ਸੀ ਅਸੀਂ ਪਹੁੰਚ ਗਏ। ਉਹਨਾਂ ਨੇ ਸਾਡੀ ਫਰਿਆਦ ਸੁਣੀ। 2 ਦਸੰਬਰ 2024 ਨੂੰ ਸਾਰੀ ਕੌਮ ਦੇ ਸਾਹਮਣੇ ਸਨਾਟਾ ਛਾਇਆ ਹੋਇਆ ਸੀ। ਉਸ ਵੇਲੇ ਬਹੁਤ ਵੱਡੀ ਗਿਣਤੀ ਸੰਗਤਾਂ ਇਕੱਠੀਆਂ ਹੋਈਆਂ ਔਰ ਵਰਲਡ ਦੇ ਹਰ ਚੈਨਲ ਨੇ ਉੱਥੇ ਦਿਖਾਇਆ, ਸੋਸ਼ਲ ਮੀਡੀਆ 'ਤੇ ਚੱਲਿਆ, ਮੀਡੀਆ 'ਚ ਆਇਆ। ਇੱਕ ਇੱਕ ਚੀਜ਼ ਜਿਹੜੀ ਸੀ, ਉਹ ਦ੍ਰਿਸ਼ ਜਿਹੜਾ ਸੀ ਲੋਕਾਂ ਨੇ ਅੱਖਾਂ ਨਾਲ ਵੇਖਿਆ। ਲੋਕ ਹੈਰਾਨ ਹੋ ਗਏ, ਸਿੱਖ ਵੀ ਹੈਰਾਨ ਹੋ ਗਏ, ਈਵਨ ਦੂਜੇ ਧਰਮਾਂ ਦੇ ਲੋਕ ਹੈਰਾਨ ਹੋ ਗਏ ਕਿ ਏਡਾ ਵੱਡਾ ਤਖਤ ਹੈ, ਏਡੀ ਵੱਡੀ ਸ਼ਕਤੀ ਹੈ ਕਿ ਇੱਥੇ ਕੋਈ ਵੱਡੇ ਤੋਂ ਵੱਡਾ ਵੀ ਆਵੇ ਉਹ ਸਿਰ ਝੁਕਾ ਕੇ ਹੀ ਉਹਨੂੰ ਹਰ ਗੱਲ ਨੂੰ ਸਵੀਕਾਰ ਕਰਨੀ ਪੈਂਦੀ। ਹੋ ਗਿਆ। ਮੇਰਾ ਖਿਆਲ ਹੈ ਕਿ ਉਸ ਦਿਨ ਜੋ ਵੀ ਹੁਕਮ ਹੋਇਆ ਉਹ ਹੁਕਮਨਾਮੇ ਦੇ ਵਿੱਚ ਸੀਗਾ ਕਿ ਇੱਕ ਤਾਂ ਸਜ਼ਾਵਾਂ ਜਿਹੜੀਆਂ ਸੇਵਾਵਾਂ ਲਾਈਆਂ ਸੀ ਉਹ ਕਰ ਲਈਆਂ। ਦੂਜਾ ਇਹ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਕਰਨ ਵਾਸਤੇ ਉਹਨਾਂ ਨੇ ਇੱਕ ਕਮੇਟੀ ਬਣਾਈ। ਉੱਥੋਂ ਐਲਾਨ 6 ਦਾ ਹੋਇਆ ਸੀ। ਬਾਅਦ ਵਿੱਚ ਉਹਨਾਂ ਨੇ ਇੱਕ ਹੋਰ, ਇਹਨਾਂ ਦੇ ਕਹਿਣ 'ਤੇ ਕਹਿ ਲਓ ਜਾਂ ਕਿਸੇ ਦੇ ਕਹਿਣ 'ਤੇ ਕਹਿ ਲਓ, 7ਵਾਂ ਐਡ ਕਰਤਾ। ਉਹ 7 ਮੈਂਬਰੀ ਕਮੇਟੀ ਬਣਾ ਦਿੱਤੀ। ਸ਼ੁਕਰ ਕੀਤਾ ਸਾਰੀ ਕੌਮ ਨੇ ਕਿ ਸਾਡਾ ਸ਼੍ਰੋਮਣੀ ਅਕਾਲੀ ਦਲ ਹੁਣ ਖੜਾ ਹੋ ਜਾਏਗਾ। ਸਾਨੂੰ ਬਹੁਤ ਸਾਰੇ ਟੈਲੀਫੋਨ ਆਏ। ਈਵਨ ਡਾਕਟਰ ਰਤਨ ਸਿੰਘ ਜਨਾਲ 17 ਦਾ ਛੱਡ ਗਏ ਸੀ। ਉਹਨਾਂ ਨੇ ਉਸੇ ਵੇਲੇ ਪ੍ਰੈਸ ਕਾਨਫਰੰਸ ਕੀਤੀ ਕਿ ਅਸੀਂ ਹੁਣ ਭਰਤੀ ਹੋਵਾਂਗੇ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਾਹਿਬ ਨੂੰ ਇਹਨਾਂ ਨੇ ਕੱਢ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਅਸੀਂ ਭਰਤੀ ਕਰਾਂਗੇ। ਜਿੰਨੇ ਵੀ ਕੱਢ ਦਿੱਤੇ ਗਏ ਸੀ, ਜਾਂ BJP ਚਲੇ ਗਏ, ਜਾਂ ਆਮ ਆਦਮੀ ਪਾਰਟੀ ਚਲੇ ਗਏ, ਜਾਂ ਕਾਂਗਰਸ ਵੀ ਚਲੇ ਗਏ ਸੀ, ਸਾਰਿਆਂ ਨੇ ਕਿਹਾ ਅਸੀਂ ਹੁਣ ਭਰਤੀ ਕਰਾਂਗੇ, ਆਪਣਾ ਅਕਾਲੀ ਦਲ ਅਸੀਂ ਬਣਾਵਾਂਗੇ। ਸ਼ੁਰੂ ਹੋ ਗਿਆ। ਪਰ ਅਫਸੋਸ ਹੈ ਕਿ ਇਹਨਾਂ ਦੇ ਜਿਹੜੇ ਅੱਜ ਚਹੇਤੇ ਬਣੇ ਆ ਨਾਲ, ਜਿਨ੍ਹਾਂ ਨੇ ਬੇੜਾ ਗਰਕ ਕਰ ਦਿੱਤਾ ਇਸ ਵੇਲੇ ਪਾਰਟੀ ਦਾ, ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅਨੁਸਾਰ ਭਰਤੀ ਸ਼ੁਰੂ ਕੀਤੀ ਤੇ ਸਾਡੇ ਉੱਤੇ ਤੇ ਇਲੈਕਸ਼ਨ ਕਮਿਸ਼ਨ ਨੇ ਐਕਸ਼ਨ ਲੈ ਲੈਣਾ। ਹੁਣ ਜਿਹੜੀ ਉਹ ਚੀਜ਼ ਸੀਗੀ ਕਿਸੇ ਨੂੰ ਇਹ ਸਵੀਕਾਰ ਨਹੀਂ ਸੀ। ਪਰ ਅਸੀਂ ਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਡਰ ਮੰਨਾਂਗੇ, ਇੱਕ ਸੰਸਾਰੀ ਤੌਰ ਦੇ ਉੱਤੇ ਜਾਂ ਬਾਹਰ ਇਲੈਕਸ਼ਨ ਕਮਿਸ਼ਨ ਕਰਕੇ, ਤੇ ਮੇਰਾ ਖਿਆਲ ਹੈ ਕਿ ਉਹ ਪਾਰਟੀ ਜਿਹੜੀ ਸ਼੍ਰੀ ਅਕਾਲ ਤਖ਼ਤ ਸਾਹਿਬ ਸਿਰਜੀ ਹੋਵੇ, ਇਹ ਕੋਈ ਸੋਚ ਹੀ ਨਹੀਂ ਸਕਦਾ ਕਿ ਇਸ ਤਰ੍ਹਾਂ ਹੋ ਸਕਦਾ, ਕਿਉਂਕਿ ਬਣੀ ਹੀ ਉੱਥੇ ਹੈ। ਈਵਨ ਸੁਪਰੀਮ ਕੋਰਟ ਤੱਕ ਵੀ ਇਹ ਕੇਸ ਗਿਆ ਤੇ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਥੇ ਕੋਈ ਇਹ ਛੱਡ ਨਹੀਂ ਸਕਦੀ, ਇਹ ਪਾਰਟੀ ਉੱਥੇ ਸਿਰਜੀ ਹੈ ਜਿਹੜੀ ਜਾੜੀ ਉੱਥੇ ਹੈ। ਤੇ ਸੋ ਇਹ ਗੱਲਾਂ ਬੜੀਆਂ ਲੰਬੀਆਂ ਹੋ ਗਈਆਂ, ਮੈਂ ਉਹਨੂੰ ਨਾ ਦੁਹਰਾਵਾਂ ਬਾਰ-ਬਾਰ। ਮੈਂ ਸਮਝਦੀ ਹਾਂ ਕਿ ਜਿਹੜਾ ਉਹਨਾਂ ਨੇ ਫਿਰ ਆਪਣੇ ਆਪ ਹੀ ਸਾਰੀ ਕਾਰਵਾਈ ਸ਼ੁਰੂ ਕਰ ਦਿੱਤੀ ਔਰ 7 ਮੈਂਬਰੀ ਕਮੇਟੀ ਨੂੰ ਉਹਨਾਂ ਨੇ ਬੁਲਾਇਆ ਹੀ ਨਹੀਂ। ਧਾਮੀ ਪ੍ਰਧਾਨ ਸੀਗਾ, ਧਾਮੀ ਨੂੰ ਉਹਨਾਂ ਨੇ ਕਿਹਾ ਸੀ ਤੂੰ ਕਨਵੀਨਰ ਹੋਏਗਾ। ਉਹਨੇ 2.5 ਮਹੀਨੇ ਤੇ ਉਹਨਾਂ ਨੇ ਮੀਟਿੰਗਾਂ ਹੀ ਨਹੀਂ ਕੀਤੀਆਂ। ਅਖੀਰ ਤੇ ਮੀਟਿੰਗਾਂ ਕੀਤੀਆਂ ਜਦੋਂ ਆਖਰੀ ਦਿਨ ਫੈਸਲਾ ਕਰਨਾ ਸੀ। 17 ਫਰਵਰੀ ਸੀ ਸ਼ਾਇਦ, 17 ਫਰਵਰੀ ਨੂੰ ਉਹਨਾਂ ਨੇ ਅਸਤੀਫਾ ਦੇ ਦਿੱਤਾ। ਅਸਤੀਫਾ ਦੇ ਕੇ ਚਲੇ ਗਏ। ਜਿਸ ਦਿਨ ਇਹਨਾਂ ਨੇ ਆਖਰੀ ਮੀਟਿੰਗ ਕਰਨੀ ਸੀ 18 ਨੂੰ, ਫਿਰ ਜਿਹੜਾ ਬਡੂੰਗਰ ਸਾਹਿਬ ਕੋਲ ਅਸਤੀਫਾ ਦਵਾਤਾ ਵੀ ਕਿਸੇ ਤਰੀਕੇ ਨਾਲ ਤਾਰ ਪੀਟ ਹੋ ਜੇ, ਕਮੇਟੀ ਟੁੱਟ ਜੇ। ਪਰ 5 ਮੈਂਬਰ ਜਿਹੜੇ ਬਹੁਮਤ ਸੀਗੇ ਉਹ ਬੈਠੇ ਰਹੇ। ਮੈਂ ਬੀਬਾ ਸਤਵੰਤ ਕੌਰ ਦਾ ਖਾਸ ਕਰਕੇ ਧੰਨਵਾਦ ਕਰਦੀ। ਉਹ ਮੁਲਾਜ਼ਮ ਵੀ ਹੈ, ਡਿਪਟੀ ਡਾਇਰੈਕਟਰ ਲੱਗੀ ਹੋਈ ਹੈ ਐਜੂਕੇਸ਼ਨ ਦੀ ਉੱਥੇ ਸ਼੍ਰੋਮਣੀ ਕਮੇਟੀ 'ਚ। ਪ੍ਰਧਾਨ ਅਸਤੀਫਾ ਦੇ ਗਿਆ। ਪ੍ਰਧਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਤੋਂ ਲਾਂਭੇ ਹੋ ਗਿਆ। ਲੇਕਿਨ ਉਹ ਬੀਬਾ ਕਿਉਂਕਿ ਸ਼ਹੀਦਾਂ ਦੇ ਪਰਿਵਾਰ ਦੀ ਧੀ ਸੀ, ਬੇਟੀ ਸੀ, ਉਹਨੇ ਡਟ ਕੇ ਕਿਹਾ ਕਿ ਜੋ ਮਰਜ਼ੀ ਹੋ ਜੇ, ਮੇਰੀ ਭਾਵੇਂ ਸਰਵਿਸ ਚਲੀ ਜਾਵੇ, ਭਾਵੇਂ ਜੋ ਮਰਜ਼ੀ ਚੱਲ ਜੇ, ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਛੱਡਣਾ, ਉਹਦੇ ਹੁਕਮ 'ਤੇ ਚੱਲਣਾ। 5 ਮੈਂਬਰ ਦ੍ਰਿੜਤਾ ਨਾਲ ਬੈਠੇ ਰਹੇ। ਫਿਰ ਵੀ ਇਹ 5 ਇਕੱਠੇ ਹੋ ਕੇ ਸਿੰਘ ਸਾਹਿਬ ਕੋਲ ਗਏ ਕਿ ਸਾਨੂੰ ਕੀ ਹੁਕਮ ਹੈ, ਵੀ ਉਹਨਾਂ ਨੇ ਤਾਂ ਭਰਤੀ ਸ਼ੁਰੂ ਕਰਤੀ ਹੈ, ਅਸੀਂ ਹੁਣ ਕੀ ਕਰੀਏ। ਉਹਨਾਂ ਨੇ ਕਿਹਾ ਤੁਸੀਂ ਆਪਣੀ ਕਾਰਵਾਈ ਕਰੋ। ਅਸੀਂ ਜਿਹੜਾ ਹੁਕਮਨਾਮਾ ਦਿੱਤਾ ਸੀ ਉਹ ਇਹ ਲਿਖਿਆ ਸੀ, ਇਹ 7 ਮੈਂਬਰੀ ਕਮੇਟੀ ਬਾਈ ਨੇਮ ਤੁਹਾਨੂੰ ਦਿੱਤਾ, ਬਾਈ ਨੇਮ ਤੁਹਾਡੀ ਐਲਾਨ ਕੀਤਾ ਹੋਇਆ ਕਿ ਇਹ ਆਪਣੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਅਤੇ 6 ਮਹੀਨੇ ਦੇ ਵਿੱਚ ਸਾਰੀ ਪਾਰਟੀ ਨੂੰ ਮੁਕੰਮਲ ਕਰਨ। ਇਹਨਾਂ ਨੇ 1 ਮਹੀਨੇ ਦੇ ਵਿੱਚ ਨਾ ਉਹ ਭਰਤੀ ਹੋਈ ਹੈ ਜੀ। ਅਸੀਂ ਤੁਹਾਨੂੰ ਦਾਅਵੇ ਨਾਲ ਕਹਿ ਸਕਦੇ ਹਾਂ ਵੀ ਕਿਸੇ ਪਿੰਡ 'ਚ ਭਰਤੀ ਹੋਈ ਨਹੀਂ, ਨਾ ਕਿਸੇ ਸ਼ਹਿਰ 'ਚ। ਐਗਜ਼ਾਮਪਲਾਂ ਨੇ ਜੀ। ਮੇਰੇ ਇਲਾਕੇ ਦੇ ਵਿੱਚ ਮੈਨੂੰ 2 ਜਣਿਆਂ ਨੇ ਕਿਹਾ ਕਿ ਸਾਨੂੰ 5 ਕਾਪੀਆਂ ਕੋਈ ਫੜਾ ਗਿਆ ਸੀ, ਲੇਕਿਨ 5 ਕਾਪੀਆਂ ਉੱਦਾਂ ਹੀ ਪਈਆਂ ਹੋਈਆਂ। ਉਹਨਾਂ ਨੇ ਤਾਂ ਲੱਖਾਂ ਦੇ ਹਿਸਾਬ ਨਾਲ ਅੰਕੜਾ ਦਿੱਤਾ ਆਪਣਾ। ਬਸ ਇੱਦਾਂ ਹੀ ਵੰਡੀਆਂ ਨਾ। ਜੇ ਵੰਡੀਆਂ ਵੀ ਅੱਬਲ ਤਾਂ ਵੰਡੀਆਂ ਹੀ ਨਹੀਂ, 1 ਮਹੀਨੇ 'ਚ ਵੰਡ ਹੀ ਨਹੀਂ ਸਕਦੇ ਜੀ। ਮੈਂ ਤੁਹਾਨੂੰ ਸਾਫ਼ ਦੱਸ ਦਿੰਦੀ ਹਾਂ। ਅਸੀਂ ਵੀ ਲੱਗੇ ਹੋਏ ਹਾਂ, 1 ਮਹੀਨਾ ਹੋ ਗਿਆ। ਮੇਰਾ ਖਿਆਲ ਹੈ ਕਿ ਮੈਂ ਆਪਣੇ ਇਲਾਕੇ 'ਚ ਅਜੇ ਤੱਕ 120 ਕਿ 130 ਕਾਪੀਆਂ ਵੰਡ ਚੁੱਕੀ ਹਾਂ। ਪਿੰਡਾਂ 'ਚ ਜਾ ਕੇ ਇਕੱਠੇ ਕਰਕੇ
ਜਿਹੜੇ ਮੇਨ ਵਿਅਕਤੀ ਨੇ ਉਹਨਾਂ ਨੂੰ ਸਮਝਾਈਦਾ, ਫਿਰ ਉਹਨੂੰ ਕਾਪੀਆਂ ਡੈਲੀਗੇਟ ਬਣਾ ਕੇ ਫਿਰ ਉਹਨੂੰ ਕਹੀਦਾ ਵੀ ਤੁਸੀਂ ਹੁਣ 100 ਮੈਂਬਰ ਬਣਾਉਣੇ ਆ ਤੇ ਡੈਲੀਗੇਟ ਤੁਸੀਂ ਹੋਵੋਗੇ ਜਿਹੜਾ ਪਹਿਲਾ ਹੋਏਗਾ। ਸੋ ਇਹਦਾ ਸਿਸਟਮ ਹੈ, ਸਮਾਂ ਲੱਗਦਾ ਇਹਨੂੰ। ਅਕਸਰ ਉਹਨਾਂ ਨੇ ਵੀ ਘਰਾਂ 'ਚ ਜਾਣਾ ਅੱਗੇ। ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਨੇ 522 ਜਾਂ ਕਿੰਨੇ ਡੈਲੀਗੇਟ ਬਣਾ ਲਏ ਹੋਣਗੇ। ਉਹਨਾਂ ਡੈਲੀਗੇਟਾਂ ਨੂੰ ਬੋਗਸ ਬਣਾਇਆ ਸਾਰਾ ਕੁਝ, ਕਿਉਂਕਿ ਜਿਹੜੀ ਭਰਤੀ ਨਹੀਂ ਹੋਈ, ਸਿਸਟਮ ਨਹੀਂ ਆਇਆ। ਪਹਿਲਾਂ ਸਰਕਲ ਜਥੇਦਾਰ ਚੁਣਨੇ ਸੀ, ਫਿਰ ਜ਼ਿਲ੍ਹੇ ਦੇ ਡੈਲੀਗੇਟ ਚੁਣਨੇ ਸੀ, ਵੀ ਜ਼ਿਲ੍ਹੇ ਦੇ ਪ੍ਰਧਾਨ ਨੂੰ ਚੁਣਨਾ ਸੀ, ਫਿਰ ਬਾਅਦ ਵਿੱਚ ਉਹ ਡੈਲੀਗੇਟ ਸਟੇਟ ਦੇ ਚੁਣਨੇ ਸੀ, ਉਹਨਾਂ ਨੇ ਪ੍ਰਧਾਨ ਚੁਣਨਾ ਸੀਗਾ। ਨਹੀਂ, ਮੈਨੂੰ ਤਾਂ ਇੱਕ ਪਤਾ ਇਹ ਵੀ ਲੱਗਾ ਕਿ ਮੈਂ ਫਗਵਾੜੇ ਗਈ, ਉਹ ਮੈਨੂੰ ਦੱਸਦੇ, ਕਹਿੰਦੇ ਬੀਬੀ ਜੀ ਵੀ ਸਾਨੂੰ ਟੈਲੀਫੋਨ ਆਇਆ ਡਾਕਟਰ ਚੀਮੇ ਦਾ ਵੀ ਤੁਹਾਨੂੰ ਡੈਲੀਗੇਟ ਬਣਾ ਦਈਏ। ਕਹਿੰਦੇ ਮੈਂ ਕਿਹਾ ਜੀ ਮੈਂ ਤਾਂ ਮੈਂਬਰਸ਼ਿਪ ਨਹੀਂ ਲਈ ਤੇ ਡੈਲੀਗੇਟ ਕਿੱਦਾਂ ਬਣ ਜਾਓ। ਇੱਕ ਸਾਡੀ ਬੀਬੀ ਹੈ ਜੀ ਗੁਰਦਾਸਪੁਰ ਤੋਂ, ਉਹਨਾਂ ਨੂੰ ਕਹਿੰਦੇ ਕਿ ਭਰਤੀ ਕਰੋ, ਕਹਿੰਦੀ ਮੈਂ ਕੋਈ ਕਾਪੀਆਂ ਨਹੀਂ ਲੈਂਦਾ। ਕਹਿੰਦੇ ਫਿਰ 50,000 ਰੁਪਏ ਜਮ੍ਹਾਂ ਕਰਾ ਦਿਓ ਵੀ ਤੁਹਾਡੀਆਂ ਇੰਨਾ ਤੁਹਾਡਾ ਬਣਦਾ ਹੈਗਾ ਅਤੇ ਤੁਹਾਨੂੰ ਸਟੇਟ ਦਾ ਡੈਲੀਗੇਟ ਬਣਾ ਦਿੰਦੇ ਹਾਂ। 50,000 ਰੁਪਏ ਲੈ ਕੇ 50,000 ਡੈਲੀਗੇਟ ਬਣਦੇ ਪਏ ਆ। ਬਸ ਕਾਪੀਆਂ ਨਹੀਂ ਭਰਨੀਆਂ ਤੇ ਨਾ ਭਰੋ, ਲੇਕਿਨ ਡੈਲੀਗੇਟ ਬਣ ਜਾਓ। ਮਤਲਬ ਆਹ ਕਹਿ ਦਈਏ ਕਿ 50,000 ਦੀਆਂ ਪਰਚੀਆਂ ਚੱਲ ਗਈਆਂ ਨੇ। ਬਸ ਵੀ ਚੱਲ ਗਈਆਂ 50,000 ਦੀਆਂ, ਮਤਲਬ 5 ਲੱਖ ਸਮਝੋ ਕਿ ਕਾਪੀ ਲੱਗ ਗਈ। ਸੋ ਇਹ ਹਾਲਾਤ ਬਣੇ ਪਏ ਹੈ ਵੀ ਅੱਜ ਇੰਨੀ ਉਹ ਪਾਰਟੀ ਜਿਹੜੀ ਕੁਰਬਾਨੀਆਂ 'ਤੇ ਬਣੀ ਹੋਵੇ, ਕੁਰਬਾਨੀਆਂ 'ਚੋਂ ਜਿਹਦੇ ਵਿੱਚ ਸਾਡੇ ਬਜ਼ੁਰਗਾਂ ਦਾ ਖੂਨ ਪਿਆ ਹੋਵੇ, ਉਹਨਾਂ ਦੀ ਸੀਨੇ ਦੀ ਮਿੱਝ ਪਈ ਹੋਵੇ, ਔਰ ਇਹ ਬੜੇ ਚਾਵਾਂ ਨਾਲ ਕੌਮ ਨਾਲ ਬਣਾਈ ਸੀ ਕਿ ਸਾਡੀ ਆਵਾਜ਼ ਜਿਹੜੀ ਹੈ ਬੁਲੰਦ ਕਰਨਗੇ ਔਰ ਸਾਡੀਆਂ ਜਿਹੜੀਆਂ ਸਾਡੇ ਹਿੱਤ ਨੇ ਉਹਨਾਂ ਦੀ ਰਾਖੀ ਕਰਨਗੇ। ਅਤੇ ਜਿਹੜੀ ਝੂਠ ਦੀ ਨੀਂਹ ਝੂਠ ਦੀ ਹੋਵੇਗੀ ਤਾਂ ਉਹ ਪਾਰਟੀ ਕਿੱਦਾਂ ਕੰਮ ਕਰੇਗੀ। ਹੁਣ ਉਹ ਬਣ ਜਾਣਾ, ਉਹ ਤਾਂ ਸਾਰਿਆਂ ਨੂੰ ਪਤਾ ਜੀ ਕਿ ਇਹਨਾਂ ਨੇ ਬਣਾਇਆ ਇਸ ਕਰਕੇ ਵੀ ਅਸੀਂ ਪ੍ਰਧਾਨ ਬਣਾ ਦੇਣਾ ਉਹਨਾਂ ਨੂੰ, ਕਿਉਂਕਿ ਸੁਖਬੀਰ ਸਿੰਘ ਜੀ ਹਮੇਸ਼ਾ ਇੱਕ ਗੱਲ ਕਹਿੰਦੇ ਹੁੰਦੇ ਆ, ਪ੍ਰਧਾਨ ਆਪਾਂ ਹੈ, ਤਾਮ ਝਾਮ ਸਾਡੇ ਕੋਲ ਹੈ, ਲੋਕ ਸਲੂਟ ਮਾਰੀ ਜਾਂਦੇ ਹੈ, ਗੱਡੀਆਂ ਸਾਡੇ ਕੋਲ ਹੈ ਜੀ, ਜੈਡ ਸਿਕਿਉਰਟੀਆਂ ਸਾਡੇ ਕੋਲ ਹੈ, ਆਪਾਂ ਨੂੰ ਕਾਹਦੀ ਚਿੰਤਾ, ਲੋਕ ਫੋਟੋ ਖਿਚਾਈ ਜਾਂਦੇ, ਸੈਲਫੀਆਂ ਲਈ ਜਾਂਦੇ। ਉਹਨੂੰ ਕੋਈ ਚਿੰਤਾ ਨਹੀਂ ਕਿ ਪੰਥ ਖੂਹ 'ਚ ਪੈ ਜੇ, ਪਾਰਟੀ ਤਬਾਹ ਹੋ ਜੇ, ਲੇਕਿਨ ਸੁਖਬੀਰ ਸਿੰਘ ਦੇ ਨਾਂ ਦੇ ਉੱਤੇ ਬਾਦਲ ਪ੍ਰਧਾਨ ਹੋਣਾ ਚਾਹੀਦਾ, ਕੋਈ ਚਿੰਤਾ ਨਹੀਂ ਉਹਨੂੰ। ਸੋ ਦੂਜੇ ਪਾਸੇ ਅਸੀਂ ਫਿਰ ਜਦੋਂ ਉਹਨਾਂ ਨੇ ਕਿਹਾ, ਮੇਰਾ ਖਿਆਲ ਹੈ ਕਿ ਇਹ ਪਹਿਲੀ ਐਗਜ਼ਾਮਪਲ ਹੋਏਗੀ ਕਿ ਜ਼ਿਲ੍ਹਿਆਂ 'ਚ ਜਾ ਕੇ ਇਕੱਠ ਕਰ ਕਰਕੇ 5 ਮੈਂਬਰੀ ਕਮੇਟੀ ਵੀ ਜਾਂਦੀ ਹੈ ਔਰ ਸਾਡੇ ਲੀਡਰ ਵੀ ਜਾਂਦੇ ਹੈ, ਉੱਥੇ ਬਕਾਇਦਾ ਪ੍ਰਚਾਰ ਕੀਤਾ ਜਾਂਦਾ, ਲੋਕਾਂ ਨੂੰ ਸਮਝਾਇਆ ਜਾਂਦਾ, ਲੋਕ ਫਿਰ ਕਾਪੀਆਂ ਲੈ ਕੇ ਜਾਂਦੇ ਹੈ ਔਰ ਬੜੇ ਚਾਅ ਨਾਲ ਲੈ ਕੇ ਜਾਂਦੇ। ਤੁਸੀਂ ਇਹ ਦੇਖੋ, ਕਈ ਕਾਪੀ ਲੈ ਕੇ ਮੱਥਾ ਟੇਕਦੇ ਕਾਪੀ ਨੂੰ, ਕਹਿੰਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਹੁਕਮ ਹੈ। ਜਿਹੜੇ ਵਿਅਕਤੀਆਂ ਨੂੰ ਲੋਕੀ ਸਮਝ ਗਏ ਹੈ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਾਂ ਬੇਮੁੱਖ ਨਹੀਂ ਹੋਣਾ, ਲੇਕਿਨ ਜਿਹੜਾ ਪ੍ਰਧਾਨ ਕਹਾਉਂਦੇ ਆ ਉਹ ਨਹੀਂ ਸਮਝੀ, ਜਿਹੜੇ ਲੀਡਰ ਕਹਾਉਂਦੇ ਉਹ ਨਹੀਂ ਕਹਿੰਦੇ। 5 ਮੈਂਬਰੀ ਕਮੇਟੀ ਲੱਗੀ ਹੈ ਜੀ, ਉਹ ਜਾਂਦੇ ਨੇ, ਸਾਡੇ ਸਾਰੇ ਲੀਡਰ ਤਿਆਰੀ ਕਰ ਰਹੇ ਆ। ਬਹੁਤ ਸਾਰੇ ਲੀਡਰ ਨਵੇਂ ਵੀ ਆ ਗਏ ਨੇ, ਜੈਸੇ ਤੋਤਾ ਸਿੰਘ ਜੀ ਹੋਰੀ ਉਹਨਾਂ ਦੇ ਨਾਲ ਸੀਗੇ, ਉਹਨਾਂ ਦੇ ਬੇਟਾ ਉਹ ਵੀ ਆ ਗਏ, ਉਹਨਾਂ ਨੇ ਕਰਾਇਆ। ਫਿਰ ਸਰਦਾਰ ਇਕਬਾਲ ਸਿੰਘ ਝੁੰਦਾ, ਅੱਛਾ ਜਿੰਨੇ ਬਣੇ ਅਕਾਲੀ ਬਣੇ ਨਾ, ਪਰ ਉਹਨਾਂ ਨੇ ਇੱਕੋ ਗੱਲ ਰੱਖੀ ਹੈ ਕਿ 20 ਲੱਖ 25 ਲੱਖ ਰੁਪਇਆ ਦਿੰਦੇ ਆ IT ਵਿੰਗ ਵਾਲਿਆਂ ਨੂੰ। ਮੈਂ ਬੋਲਾਂਗੀ, ਮੇਰੇ ਖਬਰ ਸੁਣਨਗੇ ਦੇ ਤੇਰੀ ਦੂਆ ਦੂ ਜੋ ਕਮੈਂਟ ਉਹਨਾਂ ਨੇ ਆਪਣੀ ਪਾਰਟੀ ਦੀ ਗੱਲ ਤਾਂ ਕਰਨੀ ਨਹੀਂ, ਕਿਉਂਕਿ ਉਹ ਤਾਂ ਕੁਛ ਕਰ ਹੀ ਨਹੀਂ ਰਹੇ। ਉਹ ਨਹੀਂ ਕਰਨੀ ਸਗੋਂ ਕਿ ਜੇ ਅਸੀਂ ਕੁਝ ਕਰਦੇ ਹਾਂ ਜਾਂ ਦੱਸਦੇ ਹਾਂ ਜਾਂ ਅਸੀਂ ਸੱਚ ਵੀ ਬੋਲਦੇ ਹਾਂ ਤਾਂ ਉਹਦੇ ਉੱਤੇ ਜੋ ਗਾਲਾਂ ਤੇ ਗਾਲਾਂ, ਜੋ ਕਮੈਂਟ ਤੇ ਕਮੈਂਟ। ਮੈਨੂੰ ਇਸ ਤਰ੍ਹਾਂ ਲੱਗਦਾ ਕਿ 20-25 ਲੱਖ ਰੁਪਇਆ ਜਿਹੜਾ ਮਹੀਨੇ ਦਾ ਖਰਚ ਕਰ ਰਹੇ ਆ, ਉਹ ਪਾਰਟੀ ਨੂੰ ਡੈਮੇਜ ਕਰਨ ਲਈ ਕਰ ਰਹੇ ਆ, ਪਾਰਟੀ ਦਾ ਨੁਕਸਾਨ ਕਰਨ ਲਈ ਕਰ ਰਹੇ ਆ। ਜੇ ਉਹਨਾਂ ਨੇ ਆਪ ਵੀ ਤਕੜੇ ਹੋਣਾ ਹੋਵੇ ਤਾਂ ਉਹ ਕੋਈ ਕਾਰਵਾਈਆਂ ਆਪਣੀਆਂ ਪਾਉਣ, ਲੋਕਾਂ 'ਚ ਦੱਸਣ ਵੀ ਅਸੀਂ ਆਹ ਭਰਤੀ ਕੀਤੀ ਜੀ, ਆਹ ਦੇਖੋ ਸਾਡੀ ਇਹ ਲਿਸਟ ਹੈ ਪੂਰੀ, ਸਾਰੀਆਂ ਲਿਸਟਾਂ ਪਾ ਦਿੰਦੇ ਵੀ ਪਾਰਦਰਸ਼ੀ ਆ, ਦਸਤਖਤ ਹੋਏ ਆ ਜੀ, ਆਧਾਰ ਕਾਰਡ ਨੰਬਰ ਲਿਖੇ, ਕਿਉਂਕਿ ਉਹਦੇ 'ਤੇ ਲਿਖਿਆ ਸੀ ਆਧਾਰ ਕਾਰਡ ਨੰਬਰ ਵੀ ਲਿਖਿਆ ਜਾਵੇ। ਇੱਥੇ ਕੋਈ ਇਹਨਾਂ ਦੀ ਪਰਚੀ ਦੇ ਉੱਤੇ ਆਧਾਰ ਕਾਰਡ ਦਾ ਖਾਨਾ ਹੀ ਨਹੀਂ ਬਣਾਇਆ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਉਹ ਹੈ, ਇੱਕ ਪਾਸੇ ਹੈ ਭਗੌੜਾ ਬਾਦਲ ਦਲ। ਭਗੌੜਾ ਕਿਸ ਵਾਸਤੇ? ਭਗੌੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਨਹੀਂ ਮੰਨਿਆ। ਜਿਹੜਾ ਹੁਕਮਨਾਮੇ ਤੋਂ ਬਾਗੀ ਹੋ ਜੇ, ਭਗੌੜਾ ਹੋ ਜੇ, ਤੇ ਉਹ ਭਗੌੜਾ ਦਲ ਹੀ ਹੋਏਗਾ। ਵੀ ਉਹ ਤਾਂ ਹੁਣ ਵੀ ਇਹ ਕਹਿੰਦੇ ਆ ਕਿ ਸਾਨੂੰ ਕਿਹਾ ਸੀ ਭਰਤੀ ਕਰ ਦਿਓ, ਅਸੀਂ ਭਰਤੀ ਕਰ ਦਿੱਤੀ, ਸਾਨੂੰ ਕਿਹਾ ਸੀ ਮਾਫੀ ਮੰਗ ਲਓ। ਉਹਨਾਂ ਨੂੰ ਨਹੀਂ ਕਿਹਾ ਸੀ ਭਰਤੀ ਕਰ ਲਓ, ਉਹਨਾਂ ਨੇ ਕਿਹਾ ਆਹ 7 ਮੈਂਬਰ ਜਿਹੜੇ ਆ ਇਹ ਭਰਤੀ ਕਮੇਟੀ ਬਣਾਈ ਜਾਂਦੀ ਹੈ, ਇਹ ਭਰਤੀ ਕਰਨਗੇ, ਇਹੀ ਸਾਰੀ ਪੂਰਾ ਕਰਨਗੇ ਜਿਹੜਾ ਪ੍ਰੋਸੀਜਰ ਹੈ, ਅਤੇ ਫਿਰ ਪ੍ਰਧਾਨ ਦੀ ਚੋਣ ਕੀਤੀ ਜਾਊਗੀ। ਇਹਨਾਂ ਨੂੰ ਕੀ ਲੋੜ ਸੀ 6 ਮਹੀਨੇ ਦਾ ਟਾਈਮ ਦਿੱਤਾ ਸੀ 1 ਮਹੀਨੇ 'ਚ ਕਰਨ ਦੀ। ਅੱਛਾ, ਵਿੱਚ ਉਹਨਾਂ ਨੇ ਇਹ ਵੀ ਆਖਿਆ ਸੀ, ਕਹਿੰਦੇ ਸਾਡੇ ਤੋਂ ਆ ਕੇ ਕਾਪੀਆਂ ਲੈ ਜਾਓ ਤੇ ਭਰਤੀ ਕਰ ਦਿਓ। ਨਹੀਂ, ਅਸੀਂ ਕਾਪੀਆਂ ਤੋਂ ਲੈਣੀਆਂ ਨਹੀਂ ਸੀ, ਇਸ 'ਤੇ 7 ਮੈਂਬਰਾਂ ਤੋਂ ਲੈਣੀਆਂ ਸੀਗੀਆਂ। ਭਰਤੀ ਦੇ 7 ਮੈਂਬਰ ਕਮੇਟੀਆਂ ਨੇ ਕਰਨੀ ਸੀ, ਉਹਨਾਂ ਨੇ ਥੋੜ੍ਹਾ ਕਰਨੀ ਸੀ। ਉਹ ਬਸ ਇੱਕੋ ਤੇ ਪ੍ਰੋਬਲਮ ਹੈ ਕਿ
ਚੀਮੇ ਨੇ ਸੋਚਿਆ ਮੇਰੀ ਕੁਰਸੀ ਨਾ ਜਾਵੇ, ਮੇਸ਼ਨ ਦੇ ਗਰੇਵਾਲ ਨੇ ਸੋਚਿਆ ਮੇਰੀ ਕੁਰਸੀ ਨਾ ਜਾਵੇ। ਕਲੀਅਰ 3 ਰੱਖੇ ਨੇ ਜੀ ਉਹਨਾਂ ਨੇ ਦਫ਼ਤਰ ਦੇ ਵਿੱਚ। ਚੌਥਾ ਵਿਚਾਰਾ ਭੁੰਦੜ ਸਾਹਿਬ ਤੇ ਮੈਨੂੰ ਲੱਗਦਾ ਕਦੀ ਨਾ ਉਹਨੇ ਹਾਂ ਤੇ ਨਾ ਉਹਨੇ ਨਾ, ਉਹ ਤੇ ਬਿਠਾ ਲੈਂਦੇ ਆ ਠੀਕ ਹੈ, ਤੇ ਆਪ ਉਹਨਾਂ ਨੇ ਕੀ ਬਸ ਚੁੱਪ ਧਾਰੀ ਹੋਈ ਹੈ। ਸੋ ਜੋ ਹੋਏਗਾ ਕੋਈ ਗੱਲ ਨਹੀਂ, ਪ੍ਰਮਾਤਮਾ ਕਰੇਗਾ ਜੀ। ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਬੜੀ ਵੱਡੀ ਤਾਕਤ ਹੈ। ਦੁਨੀਆ ਭਰ ਦੇ ਲੋਕਾਂ ਨੇ ਜੋ ਉਦੋਂ ਦੀ ਦੇਖਿਆ ਸੀਗਾ ਦ੍ਰਿਸ਼, ਮੈਂ ਸਮਝਦੀ ਹਾਂ ਕਿ ਅਸੀਂ ਉਹਦੇ ਕਰਕੇ ਲੱਗੇ ਹਾਂ ਕਿ ਉਹਦੀ ਸਰਬਉੱਚਤਾ, ਉਹਦੀ ਪ੍ਰਭੂ ਸੱਤਾ, ਉਹਦੇ ਸਿਧਾਂਤ, ਉਹਦੀ ਮਰਿਆਦਾ ਜੋ ਲੋਕਾਂ ਵਿੱਚ ਉਸ ਦਿਨ ਗਈ ਹੈ, ਉਹਨੂੰ ਅਸੀਂ ਤਾਂ ਕਾਇਮ ਰੱਖਣ ਵਾਸਤੇ ਲੱਗੇ ਹਾਂ। ਬਾਕੀ ਆ ਕੁਰਸੀਆਂ ਅਤੇ ਪਾਰਟੀ ਦੀ ਜਿਹੜੀ ਕੋਈ ਬਹੁਤਾਤ ਅਸੀਂ ਗਿਣਤੀ ਨਹੀਂ ਕਰਨੀ ਕਿ ਕਿੰਨੇ ਬੰਦੇ ਭਰਤੀ ਹੋ ਗਏ ਆ ਕਿੰਨੇ ਨਹੀਂ ਹੋ ਗਏ। ਅਸੀਂ ਤਾਂ ਕੇਵਲ ਅਤੇ ਕੇਵਲ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਧਾਂਤ ਨੂੰ, ਮਰਿਆਦਾ ਨੂੰ, ਸਰਬਉੱਚਤਾ ਨੂੰ ਕਾਇਮ ਰੱਖਣ ਵਾਸਤੇ ਲੱਗੇ। ਸੁਖਜਿੰਦਰ ਰੰਧਾਵਾ ਨੇ ਚਿੱਠੀ ਲਿਖ ਦਿੱਤੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ। ਹੁਣ ਉਹਨਾਂ ਨੇ ਇਹ ਤਰਕ ਦਿੱਤਾ, ਕਹਿੰਦੇ ਕਿ ਜਦੋਂ ਤਾਂ ਅਕਾਲ ਤਖ਼ਤ ਸਾਹਿਬ ਦਾ ਹੁਕਮ ਆਇਆ ਸੀ ਉਦੋਂ ਇਹਨਾਂ ਨੂੰ ਸੰਵਿਧਾਨ ਚੇਤੇ ਆ ਗਿਆ, ਵਿਧਾਨ ਚੇਤੇ ਆ ਗਿਆ। ਹੁਣ ਜਦੋਂ ਪ੍ਰਧਾਨ ਚੁਣਨਾ ਕਹਿੰਦੇ ਹੁਣ ਇਹ ਸੰਵਿਧਾਨ ਭੁੱਲ ਗਿਆ, ਹੁਣ ਇਹ ਵਿਧਾਨ ਭੁੱਲ ਗਿਆ। ਤੁਸੀਂ ਜਾਣਦੇ ਹੋ ਕਿ ਪ੍ਰਧਾਨ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ, ਕੀ ਵਿਧਾਨ ਹੈਗਾ। ਤੁਸੀਂ ਪਹਿਲਾਂ ਆਹ ਦੱਸੋ ਕਿ ਕੀ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਪ੍ਰਧਾਨ ਦੀ ਚੋਣ ਲਈ ਵਰਤ ਸਕਦਾ ਅਕਾਲੀ ਦਲ? ਦੇਖੋ ਜੀ, ਹਮੇਸ਼ਾ ਵਰਤਦੇ ਆਏ ਇਸ ਕਰਕੇ ਕਿ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ। ਇੱਕ ਪਾਸੇ ਤੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਭਰਤੀ ਨਹੀਂ ਕਰ ਸਕਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ 'ਚ, ਦੂਜੇ ਪਾਸੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਹ ਕੰਪਲੈਕਸ ਜਿਹੜਾ ਹੈ, ਜਿੰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ। ਜੋ ਹੋਏਗਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਿਆਦਾ, ਉਹਦੇ ਸਿਧਾਂਤ, ਉਹਦੀਆਂ ਪਰੰਪਰਾਵਾਂ, ਉਹਦੇ ਸਰਬਉੱਚਤਾ ਨਾਲ ਹੋਏਗਾ। ਜਦੋਂ ਤੁਹਾਡੀ ਭਰਤੀ ਤੁਸੀਂ ਕਹਿੰਦੇ ਸੀ ਕੈਂਸਲ ਹੀ ਹੋ ਜਾਣੀ, ਸਾਡੀ ਮਾਨਤਾ ਹੀ ਖਤਮ ਹੋ ਜਾਣੀ ਹੈ ਜੇ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਏ ਤੇ ਉਹਦੇ ਅਨੁਸਾਰ ਕੀਤਾ, ਤੇ ਫਿਰ ਅੱਜ ਨਹੀਂ ਹੋਏਗੀ। ਅੱਜ ਤੁਸੀਂ ਉੱਥੇ ਫਿਰ ਜਾਂਦੇ, ਤੁਹਾਨੂੰ ਹੱਕ ਕੀ ਹੈ? ਫਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਸੰਬੰਧਿਤ ਇੰਸਟੀਟਿਊਸ਼ਨ ਜਿਹੜੇ ਹੈ ਉੱਥੇ ਤੁਹਾਨੂੰ ਵਰਤਣ ਦਾ ਕੀ ਹੱਕ ਹੈ? ਵਰਤਦੇ ਰਹੇ ਅਸੀਂ, ਕਿਉਂਕਿ ਅਸੀਂ ਕਹਿੰਦੇ ਸੀ ਸ਼੍ਰੀ ਅਕਾਲ ਤਖ਼ਤ ਸਾਹਿਬ ਸਮਰਪਿਤ ਹੈ। ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਮੰਨਦੇ ਰਹੇ ਹਾਂ, ਤਾਂ ਕਹਿੰਦੇ ਸੀਗੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਹੀ ਇਹ ਪਾਰਟੀ ਬਣੀ ਹੈ, ਉੱਥੇ ਹੀ ਬਣਨੀ ਚਾਹੀਦੀ ਹੈ। ਇਹ ਉਹਨੂੰ ਪਤਾ ਹੈ ਕਿ ਉੱਥੇ ਬਣੀ ਸੀ ਤਾਂ ਉੱਥੇ ਹੀ ਬਣਨੀ ਚਾਹੀਦੀ ਹੈ, ਇਹ ਪਤਾ। ਲੇਕਿਨ ਇਹ ਨਹੀਂ ਪਤਾ ਕਿ ਉੱਥੇ ਦਾ ਹੁਕਮਨਾਮਾ ਵੀ ਮੰਨਣਾ। ਹੁਕਮਨਾਮਾ ਫਿਰ ਕਿਉਂ ਨਹੀਂ ਮੰਨਦੇ ਅਸੀਂ? ਹੁਣ ਨਹੀਂ ਮਾਨਤਾ ਰੱਦ ਹੋਏਗੀ, ਹੁਣ ਨਹੀਂ ਚਿੰਤਾ ਕੋਈ। ਸੋ ਅਸੀਂ ਤਾਂ ਆਪ ਉਸ ਦਿਨ ਮੀਟਿੰਗ ਕੀਤੀ ਸੀ ਮੈਂਬਰਾਂ ਨੇ। ਅਸੀਂ ਫਿਰ ਕਿਰਨਜੋਤ ਹੋਰੀ 4 ਮੈਂਬਰ ਗਏ ਸੀ ਸਾਡੇ, ਉਹ ਪ੍ਰਧਾਨ ਜੀ ਨੂੰ ਕਹਿ ਕੇ ਆਏ। ਅਸੀਂ ਪ੍ਰਧਾਨ ਜੀ ਨੂੰ ਲਿਖਿਆ ਕਿ ਪ੍ਰਧਾਨ ਸਾਹਿਬ, ਕਿਹੜੇ ਪ੍ਰਧਾਨ ਜੀ ਨੂੰ ਕਿਹਾ? ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ, ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਨੂੰ ਕਿਹਾ ਸੀ ਕਿ ਤੁਸੀਂ ਇਹ ਜਿਹੜਾ ਸਾਡੇ ਹਾਲ ਹੈ ਜਾਂ ਇਹ ਕੰਪਲੈਕਸ ਹੈ, ਇਹ ਉਹਨਾਂ ਨੂੰ ਇਜਾਜ਼ਤ ਨਾ ਦਿੱਤੀ ਜਾਵੇ, ਕਿਉਂਕਿ ਅੱਗੇ ਬਹੁਤ ਵੱਡੀਆਂ ਵਗੀਆਂ ਹੋ ਰਹੀਆਂ। ਪਹਿਲਾਂ ਤਾਂ ਇਹਨਾਂ ਨੇ ਉਹ ਵਗਿਆ ਕੀਤੀ, ਫਿਰ ਪ੍ਰਧਾਨ ਸਾਹਿਬ ਛੱਡ ਕੇ ਸਾਰਾ ਕੁਝ ਚਲੇ ਗਏ। ਅੱਖੀਂ ਘੱਟਾ ਪਾਇਆ ਲੋਕਾਂ ਦੇ, ਇੱਕ ਡਰਾਮਾ ਖੇਡਿਆ, ਸਕ੍ਰਿਪਟ ਜਿਹੜੀ ਬਣਾਈ ਸੀ ਕਰ ਲਈ ਉਹਨਾਂ ਨੇ, ਕਦੀ ਕੋਈ ਉਹਦੇ ਘਰ ਜਾਵੇ, ਕਦੀ ਕੋਈ ਘਰ ਜਾਵੇ, ਨਹੀਂ ਆਉਣਾ ਨਹੀਂ ਆਉਣਾ ਨਹੀਂ ਆਉਣਾ। ਅਖੀਰ ਫਿਰ ਬਾਦਲ ਸਾਹਿਬ ਚੱਲ ਕੇ ਤੇ ਉਹ ਆ ਗਏ, ਕਿਉਂਕਿ ਉਸ ਦਿਨ ਤੱਕ ਉਹਨਾਂ ਨੇ ਜਿਹੜਾ ਸਕ੍ਰਿਪਟ ਤਿਆਰ ਕੀਤੀ ਸੀ ਕਿ ਮੇਰੀ ਗੈਲਰੀ ਵਿੱਚ, ਤੁਸੀਂ ਗੈਲਰੀ 'ਚ ਸਿੰਘ ਸਾਹਿਬਾਨਾਂ ਦੀ ਕਿਰਦਾਰ ਕੁਸ਼ੀ ਕਰਕੇ ਉਹਨਾਂ ਨੂੰ ਅਯੋਗ ਕਰਾਰ ਕਰਕੇ ਤੇ ਬਾਹਰ ਕੱਢ ਦਿਓ, ਕਰਾ ਲਿਆ। ਮਤਲਬ ਆਪਣੀ ਸਾਰਾ ਡਰਾਮਾ ਕੀਤਾ ਉਹਨਾਂ ਨੇ। ਅਤੇ ਜਦੋਂ ਹੋ ਗਿਆ ਤੇ ਬਾਅਦ ਵਿੱਚ ਜਦੋਂ ਇਹ ਸੋਚਿਆ ਇਹਨਾਂ ਨੇ ਕਿ ਮਰਿਆਦਾ ਦਾ ਵੀ ਘਾਣ ਹੋ ਗਿਆ, ਸਭ ਕੁਝ ਹੋ ਗਿਆ, ਫਿਰ ਪ੍ਰਧਾਨ ਆ ਕੇ ਬੈਠ ਗਿਆ। ਹੁਣ ਪ੍ਰਧਾਨ ਜਿਹੜਾ, ਉਹਨੂੰ ਪਤਾ ਨਹੀਂ ਹੈਗਾ ਕਿ ਸ਼੍ਰੋਮਣੀ ਕਮੇਟੀ ਦਾ ਕੀ ਸਿਧਾਂਤ, ਕੀ ਸਾਡੇ ਨਿਯਮ ਕੀ ਹੈ ਸਾਡੇ। ਹੁਣ ਕੱਲ੍ਹ ਦਾ ਇੱਕ ਹੋਰ ਡਰਾਮਾ ਕਰ ਦਿੱਤਾ। ਪਹਿਲਾਂ ਤਾਂ ਵੱਡੇ ਜਿਹੜੇ ਲਾਏ ਸੀ ਗੜਗੱਜ ਸਾਹਿਬ, ਉਹਨਾਂ ਨੇ ਜਾ ਕੇ ਜੋ ਅਨੰਦਪੁਰ ਸਾਹਿਬ ਕੀਤਾ, ਕੌਮ ਦੇ ਵਿੱਚ ਅੱਜ ਜਲੂਸ ਕਢਾ ਰਹੇ ਅਸੀਂ, ਜਲੂਸ ਕਢਾ ਰਹੇ। ਸਾਨੂੰ ਸ਼ਰਮ ਆ ਰਹੀ ਹੁਣ ਬੋਲਦਿਆਂ ਨੂੰ, ਸੱਚਾਈ ਹੈ ਵੀ ਅਸੀਂ ਕੀ ਬੋਲੀਏ। ਕੌਮ ਨੂੰ ਅਸੀਂ ਜਵਾਬ ਦੇਣਾ, ਅਸੀਂ ਵੀ ਉਹਦੇ 'ਚ ਮੈਂਬਰ ਬੈਠੇ ਹਾਂ, ਅਸੀਂ ਤਾਂ ਬੋਲ ਰਹੇ ਹਾਂ। ਅਸੀਂ ਇਸੇ ਲਈ ਇਜਲਾਸ ਵਿੱਚ ਕਿਹਾ ਸੀ ਕਿ ਪਹਿਲਾਂ ਸਾਨੂੰ ਦੱਸੋ ਵੀ ਉਹ ਮਤੇ ਜਿਹੜੇ ਹੈ ਇੱਥੇ ਲਿਆ ਕੇ ਚਰਚਾ ਕੀਤੀ ਜਾਵੇ ਵੀ ਉਹ ਸਹੀ ਹੈ ਕਿ ਗਲਤ ਹੈ। ਅਤੇ ਉੱਥੇ ਚਰਚਾ ਕਰਾਉਣ ਤੋਂ ਦੌੜ ਗਏ, ਉਲਟਾ ਮਾਈਕ ਚੱਕ ਲਏ, ਮਾਈਕ ਖੋਹ ਲਏ, ਸਾਨੂੰ ਇੱਕ ਕਿਸਮ ਦੇ ਧੱਕੇ ਮਾਰੇ। ਅਸੀਂ ਬੜਾ ਜ਼ੋਰ ਲਾਇਆ ਵੀ ਤੁਸੀਂ ਚਰਚਾ ਹੀ ਕਰਨੀ ਹੈ, ਜੇ ਤੁਸੀਂ ਬਹੁਮਤ ਇੱਕ ਪਾਸੇ ਹੋ ਸਾਨੂੰ ਦੱਸ ਦਿਓ, ਹੱਥ ਖੜੇ ਕਰਾਓ ਵੀ ਕਿੰਨੇ ਜਿਹੜੇ ਆ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨਾਲ ਜੁੜੇ ਆ, ਕਿੰਨੇ ਜਿਹੜੇ ਕਹਿੰਦੇ ਆ ਕਿ ਮਤੇ ਠੀਕ ਹੋਏ ਆ, ਪਤਾ ਤਾਂ ਲੱਗੇ, ਲੋਕਾਂ 'ਚ ਚਾਨਣਾ ਤਾਂ ਹੋ ਜਾਏ। ਮੈਂ ਤਾਂ ਕਿਹਾ ਪ੍ਰਧਾਨ ਜੀ ਤੁਸੀਂ ਦੱਸ ਦਿਓ ਵੀ ਜਿਹੜੇ ਮਤੇ ਪਾਸ ਕੀਤੇ ਤੁਹਾਡੀ ਗੈਰ ਹਾਜ਼ਰੀ 'ਚ ਉਹ ਸਹੀ ਹੈ, ਤੁਸੀਂ ਸਹਿਮਤ ਹੋ? ਤੁਸੀਂ ਕਮ ਸੇ ਕਮ ਸਾਨੂੰ ਸੱਚ ਤੇ ਬੋਲੋ ਲੋਕਾਂ ਸਾਹਮਣੇ। ਸੋ ਇਹ ਗੱਲਾਂ ਜਿਹੜੀਆਂ ਹੁਣ ਇੱਕ ਹੋਰ ਨਵਾਂ, ਪਹਿਲਾਂ ਤਾਂ ਉਹਨਾਂ ਦਾ ਜਲੂਸ ਕਢਾਇਆ ਰਾਤ ਨੂੰ 2:30-3 ਵਜੇ ਉੱਥੇ, ਜਦ ਤੱਕ ਪ੍ਰਕਾਸ਼ ਨਹੀਂ ਸੀਗਾ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਕੇਸਗੜ੍ਹ ਸਾਹਿਬ,
ਉੱਥੇ ਜਾ ਕੇ ਸਰੋਪੇ ਪਾ ਦਿੱਤੇ। ਜਿੱਥੇ ਪਾਠ ਚੱਲ ਗਿਆ, ਪਾਠ ਚੱਲ ਰਿਹਾ, ਸ਼੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ, ਉੱਥੇ ਜਾ ਕੇ ਅਰਦਾਸ ਕਰਕੇ ਤੁਸੀਂ ਉਹਨਾਂ ਨੂੰ ਸਰੋਪਾ ਪਾ ਰਹੇ ਹੋ। ਕਿੱਥੇ ਦੀ ਮਰਿਆਦਾ ਗਈ ਹੈ? ਸੋ ਇਸੇ ਤਰ੍ਹਾਂ ਹੁਣ ਇਹ ਮਰਿਆਦਾ ਦਾ ਕਾਰਨ ਉਹ ਕਰ ਰਹੀ ਸ਼੍ਰੋਮਣੀ ਕਮੇਟੀ ਜਿਹਨੇ ਉਹਦੀ ਸਿਕਿਉਰਿਟੀ ਕਰਨੀ ਹੈ, ਔਰ ਸ਼੍ਰੋਮਣੀ ਅਕਾਲੀ ਦਲ ਜਿਹਨੇ ਬਾਹਰ ਪ੍ਰਚਾਰ ਕਰਨਾ ਸੀਗਾ। ਕੱਲ ਜਿਹੜੇ ਟੇਕ ਸਿੰਘ ਜੀ, ਹੈਰਾਨੀ ਦੀ ਗੱਲ ਹੈ, ਜਿਸ ਅਸਥਾਨ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਥੇ ਆਪਣੇ ਮੁਖਾਰਬੰਦ ਤੋਂ ਰਚਨਾ ਕਰਕੇ ਬਾਣੀ ਸਾਰੀ ਲਿਖਾਈ ਸੀ, ਅਤੇ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ ਵਰਗਿਆਂ ਨੇ ਉਹਨੂੰ ਸਾਰਾ ਰੂਪ ਰੇਖਾ ਦਿੱਤੀ ਸੀਗੀ, ਲਿਖਿਆ ਸੀ। ਉਸ ਸਥਾਨ 'ਤੇ ਜਿੱਥੇ ਲਿਖਣਸਰ ਗੁਰਦੁਆਰਾ ਵੀ ਬਣਿਆ ਹੋਇਆ, ਉਸ ਸਥਾਨ ਦੇ ਉੱਤੇ ਉਸ ਵਿਅਕਤੀ ਨੂੰ ਬਿਠਾ ਦਿੱਤਾ ਜਿਹਨੂੰ ਬਾਣੀ ਦਾ ਹੀ ਗਿਆਨ ਨਹੀਂ, ਜਿਹਨੂੰ ਮਰਿਆਦਾ ਦਾ ਹੀ ਗਿਆਨ ਨਹੀਂ, ਜਿਹੜਾ ਉਸ ਸਥਾਨ ਦੀ ਸੇਵਾ ਕਰਦਾ ਆਇਆ ਜਿੱਥੇ ਕੋਈ ਰਹਿਤ ਮਰਿਆਦਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਨਹੀਂ। ਉਸ ਸਥਾਨ 'ਤੇ ਕਿਹੜੇ ਕਿਹੜੇ ਰਹੇ ਹੈ? ਗਿਆਨੀ ਕੇਵਲ ਸਿੰਘ ਜੀ ਵਰਗੇ ਵਿਦਵਾਨ ਉੱਥੇ ਦਮਦਮਾ ਸਾਹਿਬ ਰਹੇ। ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ PhD ਜਿਨ੍ਹਾਂ ਨੇ ਕੀਤੀ ਹੋਈ ਹੈ ਧਰਮ ਦੇ ਗਿਆਨ ਦੀ, ਉਹਨਾਂ ਵਰਗਿਆਂ ਨੇ ਪਦਵੀਆਂ ਸਾਂਭੀਆਂ। ਅਤੇ ਅੱਜ ਕੌਮ ਦੇ ਵਿੱਚ ਇੰਨੀ ਨਮੋਸ਼ੀ ਆ ਰਹੀ ਹੈ ਵੀ ਜਿਹੜਾ ਅੱਜ ਤੋਂ ਪਹਿਲਾਂ ਜਿਹਨੂੰ ਲਿਆ ਕੇ ਕਾਲਜ ਦੇ ਵਿੱਚ ਲਿਆ ਕੇ ਪਹਿਲਾਂ ਉਹਦੀ ਦਸਤਾਰ ਸਜਾਈ ਗਈ ਹੈ, ਫਿਰ ਉਹਨੂੰ ਪਜਾਮਾ ਪਵਾਇਆ ਗਿਆ, ਉਹ ਤੋਂ ਪਹਿਲਾਂ ਤਾਂ ਉਹਦੀ ਮਰਿਆਦਾ ਹੀ ਕੋਈ ਨਹੀਂ ਸੀ। ਜਿਹਨੂੰ ਅਲਫ ਬੇ ਵੀ ਨਾ ਆਉਂਦਾ ਹੋਏਗਾ ਮਰਿਆਦਾ ਦਾ ਅਤੇ ਬਾਣੀ ਦਾ, ਮੈਂ ਕੀ ਕਵਾਂ। ਸਾਨੂੰ ਇਸ ਗੱਲ 'ਤੇ ਮੈਂ ਸੱਚੀ ਤਾਂ ਸਾਨੂੰ ਦੁੱਖ ਆ ਰਿਹਾ ਵੀ ਕਿਹੜੀਆਂ ਗੱਲਾਂ ਕਰੀਏ ਅਤੇ ਕਿਹੜੀਆਂ ਨਾ ਕਰੀਏ। ਅਸੀਂ ਆਪਣਿਆਂ ਦਾ ਜਲੂਸ ਕੱਢਣ ਡਏ ਹਾਂ, ਆਪਣੇ ਘਰ ਦਾ ਜਲੂਸ ਕੱਢਣ ਡਏ ਹਾਂ, ਪਰ ਉਹਨਾਂ ਨੂੰ ਕੋਈ ਸ਼ਰਮ ਨਹੀਂ ਆ ਰਹੀ ਵੀ ਅਸੀਂ ਕੀ। ਜੇ ਕੋਈ ਬੋਲਦਾ ਉਹਨੂੰ ਕਹਿੰਦੇ ਜੀ ਇਹ BJP ਨਾਲ ਰਲ ਗਿਆ। ਜੇ ਕੋਈ ਕੱਲ ਰੰਧਾਵੇ ਨੇ ਜਿਹੜਾ ਦਿੱਤਾ, ਚਲੋ ਅਸੀਂ ਵੈਸੇ ਉਹਦੇ ਨਾਲ ਸਹਿਮਤ ਨਹੀਂ, ਰੰਧਾਵੇ ਦਾ ਹੱਕ ਨਹੀਂ ਬਣਦਾ ਸੀ ਸਾਨੂੰ ਕਹਿਣਾ। ਅਸੀਂ ਬੈਠੇ ਹਾਂ ਅਕਾਲੀ ਜੇ ਇੱਕ ਕਿਸੇ ਨੇ ਗਲਤੀ ਕੀਤੀ ਹੈ ਅਸੀਂ ਉਹਨੂੰ ਖਿੱਚ ਰਹੇ ਹਾਂ, ਅਸੀਂ ਬੈਠੇ ਹਾਂ। ਤੁਸੀਂ ਥੋੜ੍ਹਾ ਸਾਨੂੰ ਸਿਖਾਉਣੀ ਮਰਿਆਦਾ ਉੱਥੇ ਦੀ, ਕਿਉਂਕਿ ਤੁਸੀਂ ਲੋਕ ਤਾਂ ਵੈਸੇ ਹੀ ਕਹਾਣ ਕਰਨ ਵਾਲੇ ਹੋ। ਫਿਰ ਇੱਕ ਪਾਸੇ ਮੈਂ ਪੀਰ ਮੁਹੰਮਦ ਦੀ ਗੱਲ ਸੁਣੀ ਸੀ, ਉਹ ਕਹਿੰਦੇ ਜੀ ਇਹ ਤਾਂ ਆਉਣ ਵਾਲੇ ਸਮੇਂ 'ਚ ਇੱਕ ਕਾਂਗਰਸ ਨਾਲ ਅਲਾਇੰਸ ਕਰਨਾ ਚਾਹੁੰਦੇ ਆ। ਦੱਸੋ ਕਿੱਧਰ ਨੂੰ ਜਾਓਗੇ ਤੁਸੀਂ? ਕਦੀ ਕਹਿ ਦਿੰਦੇ ਸੀ ਕਾਮਰੇਡਾਂ ਨਾਲ ਕਰ ਲੈਣਾ, ਭੁੰਦਰ ਸਾਹਿਬ ਵਰਗੇ ਕਹਿ ਦਿੰਦੇ ਵੀ ਕਾਮਰੇਡਾਂ ਨਾਲ ਕਰ ਲੈਣਾ ਚਾਹੀਦਾ। ਸੋ ਇਹਨਾਂ ਨੂੰ ਤਾਂ ਕੁਰਸੀ ਚਾਹੀਦੀ ਹੈ, ਕਿਤੋਂ ਵੀ ਮਿਲ ਜੇ, ਪਰ ਅਸੀਂ ਇਸ ਗੱਲ ਨੂੰ ਨਹੀਂ ਲੈ ਕੇ ਤੁਰੇ। ਅਸੀਂ ਤਾਂ ਇਹ ਕਹਿੰਦੇ ਕਿ ਪਹਿਲਾਂ ਅਸੀਂ ਆਪਣੀ ਪੰਥਕ ਸੋਚ ਨੂੰ ਮਜ਼ਬੂਤ ਕਰਨਾ, ਗੁਰਮਤਿ ਦੇ ਅਨੁਸਾਰ ਅਸੀਂ ਸਿਧਾਂਤਾਂ ਦੀ ਸਰਵਉੱਚਤਾ ਸ਼੍ਰੀ ਅਕਾਲ ਤਖਤ ਸਾਹਿਬ ਦੀ, ਉਹਦੀ ਪ੍ਰਭੂ ਸੱਤਾ, ਉਹਨੂੰ ਅਸੀਂ ਕਾਇਮ ਕਰਨਾ ਤਾਂ ਜੋ ਕੌਮ ਸਾਨੂੰ ਲਾਹਨਤਾਂ ਜਿਹੜੀਆਂ ਪਾ ਰਹੀ ਹੈ ਉਹ ਲਾਹਨਤਾਂ ਤੋਂ ਅਸੀਂ ਬਚ ਸਕੀ। ਬਸ ਇੱਕ ਚੀਜ਼ ਮੈਂ ਹੋਰ ਪੁੱਛਣੀ ਚਾਹੁੰਦਾ, ਜਿਵੇਂ ਜ਼ਿਕਰ ਕੀਤਾ ਸੀ 5 ਮੈਂਬਰੀ ਕਮੇਟੀ ਦਾ ਕਿ ਉਹਦੇ ਵੱਲੋਂ ਭਰਤੀ ਕੀਤੀ ਜਾ ਰਹੀ ਹੈ, ਉਹ ਭਰਤੀ ਹੋ ਕਿਸ ਚੀਜ਼ ਦੀ ਰਹੀ ਹੈ ਇਹ ਅਜੇ ਤੱਕ ਨਹੀਂ ਸਮਝ ਆਇਆ। ਕਿਉਂਕਿ ਇੱਕ ਪਾਸੇ ਕੱਲ੍ਹ ਨੂੰ ਤਾਂ ਪ੍ਰਧਾਨ ਚੁਣ ਲਿਆ ਜਾਵੇਗਾ, ਡੈਲੀਗੇਟਸ ਵੀ ਉੱਥੇ ਹੀ ਕਹਿੰਦੇ ਨਿਬੇੜ ਦੇਣਾ ਕੰਮ, ਅਤੇ ਜਿਹੜੀ ਆਹ ਭਰਤੀ ਹੋ ਰਹੀ ਹੈ ਫਿਰ ਇਹ ਮੰਨ ਲਿਆ ਜਾਵੇ ਕਿ ਇੱਕ ਪੈਰਲਲ ਅਕਾਲੀ ਦਲ ਖੜਾ ਹੋ ਰਿਹਾ। ਨਹੀਂ, ਉਹ ਅਕਾਲੀ ਦਲ ਹੀ ਨਹੀਂ ਹੈ ਤੇ ਭਗੌੜਾ ਦਲ ਹੈ ਜੀ, ਉਹ ਤਾਂ ਬੋਗਸ ਹੈ। ਫੇਰ ਤੱਕੜੀ ਦਾ ਨਿਸ਼ਾਨ ਤਾਂ ਹੈਗਾ ਉਹਨਾਂ ਕੋਲ। ਕੋਈ ਨਹੀਂ, ਤੱਕੜੀ ਦਾ ਨਿਸ਼ਾਨ ਚੱਲਦੀ ਆ ਰਹੀ ਹੈ, ਤੱਕੜੀ ਦਾ ਫੇਰ ਉਹਨੂੰ ਮਿਲ ਜੂ ਜਿਹੜਾ ਸਹੀ ਹੋਊਗਾ। ਜਿਹੜਾ ਪਬਲਿਕ ਬਣਾਏਗੀ ਅਕਾਲੀ ਦਲ ਉਹਨੂੰ ਮਿਲ ਜਾਏਗਾ, ਨਹੀਂ ਮਿਲ ਜਾਏਗਾ ਕੋਈ ਨਹੀਂ, ਨਿਸ਼ਾਨ ਹੀ ਹੈ ਨਾ। ਸਾਨੂੰ ਤਾਂ ਸੱਚ ਚਾਹੀਦਾ ਹੈ, ਸਾਨੂੰ ਤਾਂ ਸਿਧਾਂਤ ਚਾਹੀਦਾ ਹੈ, ਨਿਸ਼ਾਨ ਆਪਣੇ ਆਪ ਹੀ ਉਹਦੇ ਦੁਨਿਆਵੀ ਦੇਣੇ ਆ ਜੀ। ਲੋਕਾਂ ਨੇ ਤੁਰਨਾ। ਹੁਣ ਆਮ ਆਦਮੀ ਪਾਰਟੀ ਕੋਲ ਨਿਸ਼ਾਨ ਝਾੜੂ ਦਾ ਸੀਗਾ, ਲੋਕਾਂ ਨੇ ਵੋਟਾਂ ਪਾਤੀਆਂ। ਲੋਕਾਂ ਨੇ ਇਹ ਥੋੜ੍ਹਾ ਤੱਕ ਤੱਕੜੀ ਨੂੰ ਉਦੋਂ ਵੀ ਇਗਨੋਰ ਕੀਤਾ ਉਹਨਾਂ ਨੇ। ਪਰ ਮੈਂ ਇਹ ਕਹਿੰਦੀ ਹਾਂ ਕਿ ਜਦੋਂ ਅਸੀਂ ਸਹੀ ਅਕਾਲੀ ਦਲ ਲੋਕਾਂ ਦੀ ਸੋਚ ਨਾਲ ਬਣਾਵਾਂਗੇ, ਲੋਕਾਂ ਵੱਲੋਂ ਬਣਾਵਾਂਗੇ, ਅਕਾਲ ਤਖਤ ਸਾਹਿਬ ਤੋਂ ਸਿਰਜਿਆ ਜਾਏਗਾ, ਅਸੀਂ ਮੰਗ ਕਰਾਂਗੇ ਜੋ ਸਾਨੂੰ ਅੱਗੇ ਸਰਕਾਰੀ ਤੌਰ ਦੇ ਉੱਤੇ ਜਾਂ ਕਮਿਸ਼ਨ ਵੱਲੋਂ ਹੋਏਗਾ, ਅਸੀਂ ਤਿਆਰ ਹਾਂ। ਠੀਕ ਹੈ, ਬਿਲਕੁਲ। ਇਹ ਸਿਚੁਏਸ਼ਨ ਫਿਲਹਾਲ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ, ਖਾਸ ਤੌਰ 'ਤੇ ਕੱਲ੍ਹ ਨੂੰ ਦੱਸਦੇ ਰਹਾਂਗੇ। ਉਹ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ 'ਤੇ।